मेरे को ना रो ना, रो मत। मेरे को मैडम आई, मेरे को धक्के मार के बाहर निकाल दिया। मैंने कहा मैम मेरा रोल नंबर नहीं लेने आया। मेरे को कहती तुम्हारे लाग मार होते। क्या नाम है मैडम का? रीमा मैडम। रीमा। आहो अच्छा मुर्दाबाद, मुर्दाबाद। अभी हमारी ना थोड़ी सी फीस रहती थी तो मम्मा भी करवाने आए थे, भीड़ ज़्यादा थी तो वो कहते क्लास में बैठ जाओ। कल हम आए थे तो वो कहते कोई बात नहीं, पेपर देने देंगे। अब हम जब गए तो उन्होंने कह दिया जिनको नहीं है वो बाहर निकल जाओ फटाफट। ਇਹ ਹੁਣ ਕਹਿ ਰਹੇ ਨੇ ਵੀ ਕਰੋਨਾ ਕਾਲ ਵਾਲਾ 21 22 ਤੇ 23 ਤੇ 3 ਸਾਲਾਂ ਦਾ ਇਕੱਠਾ ਸਾਨੂੰ ਡਿਵੈਲਪਮੈਂਟ ਫੰਡ ਦਿਓ, ਅਸੀਂ ਤਾਂ ਫੀਸ ਜਮ੍ਹਾਂ ਕਰਨੀ, ਨਹੀਂ ਤਾਂ ਫੀਸ ਨਹੀਂ ਜਮ੍ਹਾਂ ਕਰਨੀ। ਪਿਛਲੇ ਸਾਲ ਵੀ ਇਹਨਾਂ ਨੇ ਪੇਪਰ ਨਹੀਂ ਦੇਣ ਦਿੱਤੇ, ਕਹਿੰਦੇ ਕਿ ਸਾਨੂੰ ਪਹਿਲੇ ਫੀਸ ਦਿਓ, ਠੀਕ ਹੈ। ਨਾਲ ਇਹਨਾਂ ਨੇ ਜੋ ਵੀ ਸਾਲਾਨਾ ਜੋ ਖਰਚਾ ਲੈਣਾ ਉਹ ਲੈਣਾ ਹੈ, ਉਹਦੇ ਕਰਕੇ ਇਹਨਾਂ ਨੇ ਇਹਨੂੰ ਬੱਚੇ ਨੂੰ ਪੇਪਰ ਨਹੀਂ ਦੇਣ ਦਿੱਤੇ। ਅੱਜ ਕੱਲ੍ਹ ਆਮ ਹੀ ਮੰਨਿਆ ਜਾ ਰਿਹਾ ਕਿ ਪੜ੍ਹਾਈ ਲਿਖਾਈ ਭਾਵ ਸਕੂਲ ਕਾਲਜ ਸਿੱਖਿਆ ਅਦਾਰੇ ਨਹੀਂ ਸਗੋਂ ਬਿਜ਼ਨਸ ਬਣ ਗਏ ਨੇ, ਜੋ ਵਿਦਿਆਰਥੀਆਂ ਕੋਲੋਂ ਮਨਚਾਹੀ ਫੀਸ ਲੈ ਕੇ ਸਿੱਖਿਆ ਨੂੰ ਵੇਚ ਰਹੇ ਨੇ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਇੱਕ ਨਿੱਜੀ ਸਕੂਲ ਦਾ ਹੈ, ਜਿੱਥੇ ਸਕੂਲ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਪੇਪਰਾਂ 'ਚ ਬਿਠਾਉਣ ਤੋਂ ਮਨਾ ਕਰ ਦਿੱਤਾ ਗਿਆ। ਨਿੱਕੇ ਵਿਦਿਆਰਥੀ ਰੋ ਰੋ ਕੇ ਤਰਲੇ ਪਾ ਰਹੇ ਸੀ, ਪਰ ਨਿੱਜੀ ਸਕੂਲ ਦੇ ਅਧਿਆਪਕ ਫੀਸ ਜਮ੍ਹਾਂ ਕਰਾਉਣ ਦੀ ਗੱਲ ਕਰ ਰਹੇ ਸੀ। अभी हमारी ना थोड़ी सी फीस रहती थी तो मम्मा भी करवाने आए थे, भीड़ ज़्यादा थी तो वो कहते क्लास में बैठ जाओ। कल हम आए थे तो वो कहते कोई बात नहीं, पेपर देने देंगे। अब हम जब गए तो उन्होंने कह दिया जिनको नहीं है वो बाहर निकल जाओ फटाफट। कौन सी क्लास है आपकी? मेरी 5th B है। कौन सी मैडम है? रीमा मैम। ਸਰ ਮਸਲਾ ਇਹ ਹੈ ਕਿ ਲਾਸਟ ਈਅਰ ਵਾਲਾ ਸੇਮ ਮਸਲਾ ਇਹਨਾਂ ਨੇ ਇਸ ਵਾਰੀ ਕਰਤਾ ਹੈ। ਲਾਸਟ ਈਅਰ ਜਦੋਂ ਫਾਈਨਲ ਪੇਪਰ ਹੋਣ ਲੱਗੇ ਨੇ, ਆਹ ਬੱਚਾ ਖੜਾ ਹੈ ਨਾਲ ਇਹਨਾਂ ਦਾ ਬ੍ਰਦਰ, ਇਹ 6th ਕਲਾਸ 'ਚ ਹੈ, ਉਹ 9th ਕਲਾਸ 'ਚ ਹੈ। ਸੇਮ ਕਲਾਸ ਇਹਨਾਂ ਰਿਪੀਟ ਕੀਤੀ ਹੈ। ਪਿਛਲੇ ਸਾਲ ਵੀ ਇਹਨਾਂ ਨੇ ਪੇਪਰ ਨਹੀਂ ਦੇਣ ਦਿੱਤੇ, ਕਹਿੰਦੇ ਕਿ ਸਾਨੂੰ ਪਹਿਲੇ ਫੀਸ ਦਿਓ, ਠੀਕ ਹੈ। ਨਾਲ ਇਹਨਾਂ ਨੇ ਜੋ ਵੀ ਸਾਲਾਨਾ ਜੋ ਖਰਚਾ ਲੈਣਾ ਉਹ ਲੈਣਾ ਹੈ, ਉਹਦੇ ਕਰਕੇ ਇਹਨਾਂ ਨੇ ਇਹਨੂੰ ਬੱਚੇ ਨੂੰ ਪੇਪਰ ਨਹੀਂ ਦੇਣ ਦਿੱਤੇ। ਕੱਲ੍ਹ ਮੈਂ ਆਇਆ, ਕੱਲ੍ਹ ਆਣ ਕੇ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਇਹ ਬੱਚਾ ਹੈਗਾ ਨਾ ਪੇਪਰ ਦੇਣ ਦਿਓ, ਜੋ ਵੀ ਇਹਨਾਂ ਦਾ ਹੋਏਗਾ ਤੁਸੀਂ ਫੀਸ ਦਵਾਂਗੇ, ਅਸੀਂ ਦੇਣਦਾਰ ਹਾਂ ਤੁਹਾਡੇ, ਦੇਵਾਂਗੇ। ਤੁਸੀਂ ਰਿਜ਼ਲਟ ਉਦੋਂ ਦੇਣਾ ਜਦੋਂ ਤੁਹਾਨੂੰ ਅਸੀਂ ਫੀਸ ਦੇ ਦਾਂਗੇ। ਅੱਜ ਫਿਰ ਉਹੀ ਕਾਰਨ ਕੀਤਾ ਇਹਨਾਂ ਨੇ ਅੱਜ ਪੇਪਰ 'ਚ ਫੇਲ ਨਹੀਂ ਪੈਣ ਦਿੱਤਾ ਬੱਚਿਆਂ ਨੂੰ। ਪਿਛਲੇ ਸਾਲ ਦੇ ਪੈਸੇ ਜੋ ਇਹਨੇ, ਜਦ ਕਿ ਬੱਚੇ ਨੂੰ ਇਹਨਾਂ ਨੇ ਪੇਪਰ ਨਹੀਂ ਦੇਣ ਦਿੱਤੇ, ਬੱਚਾ ਉਸੇ ਸੇਮ ਕਲਾਸ ਕਰ ਰਿਹਾ, ਪਿਛਲੇ ਸਾਲ ਦੇ ਪੈਸੇ ਇਸ ਸਾਲ ਫਿਰ ਮੰਗਦੇ ਪਏ ਨੇ ਕਿ ਸਾਨੂੰ ਪਿਛਲੇ ਸਾਲ ਦੇ ਪੈਸੇ ਵੀ ਦਿਓ। ਪਿਛਲੇ ਸਾਲ ਦੇ ਕਿਹੜੇ ਪੈਸੇ ਹੈਗੇ? ਪਿਛਲੇ ਸਾਲ ਜਿਹੜੀ ਕਲਾਸ ਇਹਨਾਂ ਨੇ ਲਾਸਟ ਈਅਰ 60 ਸੀਗਾ, 6 ਕਲਾਸ ਇਸ ਵਾਰੀ ਕੀਤੀ ਹੈ। ਨਹੀਂ ਸਰ, ਪਿਛਲੇ ਐਨੂਅਲ ਫੰਡ ਵੀ ਪਲੱਸ ਨਾਲ ਇਹਨਾਂ ਨੇ ਜੋ ਫੀਸ ਬਣਦੀ ਹੈ ਉਹ ਵੀ ਸਾਡੇ ਕੋਲ ਮੰਗਦੇ ਨੇ, ਪਿਛਲੇ ਸਾਲ ਦੇ ਸਾਨੂੰ ਉਹ ਵੀ ਦਿਓ। ਕੀ ਮੰਗ ਕਰਦੇ ਹੋ? ਅਸੀਂ ਤਾਂ ਮੰਗ ਕਰਦੇ, ਬੱਚੇ ਨੇ ਪਿਛਲੇ ਸਾਲ ਵੀ ਪੈਸੇ ਅਸੀਂ ਦੇ ਰਹੇ ਹਾਂ, ਇਸ ਸਾਲ ਦੇ ਫਿਰ ਸਾਨੂੰ ਫਿਰ ਨਹੀਂ ਉਹਨੂੰ ਪੇਪਰ ਦੇਣ ਦੇ ਰਹੇ ਬੱਚੇ ਨੂੰ। ਅਸੀਂ ਤਾਂ ਕਹਿੰਦੇ ਬੱਚੇ ਪੇਪਰ ਦੇਣ ਦਿਓ, ਅਸੀਂ ਫੀਸ ਦੇਣ ਨੂੰ ਤਿਆਰ ਬੈਠੇ ਹਾਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਨਿਲ ਸ਼ਰਮਾ ਜੀ। ਕੀ ਹੈ ਅੱਜ? ਸਰ ਇਹ HMDAV ਸਕੂਲ ਹੈ, ਫਿਰੋਜ਼ਪੁਰ ਦੇ ਸੈਂਟਰ ਦੇ ਸਕੂਲ ਹੈ। ਜਿੰਨੇ ਵੀ ਮਤਲਬ ਮਿਡਲ ਕਲਾਸ ਪੇਰੈਂਟਸ ਕਹਿ ਲਓ ਆਪਾਂ ਵੀ ਉਹ ਇੱਥੇ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਾ ਰਹੇ ਨੇ, ਜਿਹੜੇ ਜ਼ਿਆਦਾ ਮਤਲਬ ਐਜੂਕੇਟਡ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ। ਸਭ ਤੋਂ ਵੱਡਾ ਸਰ ਮਸਲਾ ਇਹ ਹੈ ਇਸ ਟਾਈਮ, ਇਹਨਾਂ ਪਹਿਲੀ ਗੱਲ ਤਾਂ ਇਹ ਹੈ ਵੀ ਸਰਕਾਰ ਵੱਲੋਂ ਹਦਾਇਤਾਂ ਸੀ ਕਰੋਨਾ ਦੇ ਵਿੱਚ ਵੀ ਤੁਸੀਂ 8% ਫੀਸ ਵਧਾ ਸਕਦੇ, ਇਹਨਾਂ ਫੀਸ 25% ਫੀਸ ਵਧਾਈ ਸਰ, ਉਹ ਵੀ ਮਾਂ ਪਿਓ ਨੇ ਜਮ੍ਹਾਂ ਕਰਾਈ ਜਿਵੇਂ ਵੀ ਹੋ ਸਕਿਆ, ਔਖੇ ਹੋ ਕੇ ਸੌਖੇ ਹੋ ਕੇ। ਇਹ ਹੁਣ ਸਰ ਅੱਜ ਬੱਚਿਆਂ ਦਾ ਪੇਪਰ ਹੈ 5th ਕਲਾਸ ਦਾ, ਇਹ ਕਹਿ ਰਹੇ ਨੇ, ਕੱਲ ਮੈਂ 3 ਘੰਟੇ ਲਾਈਨ 'ਚ ਖੜਾ ਰਿਹਾ ਜੀ, ਵਾਰੀ ਨਹੀਂ ਆਈ, ਫੀਸ ਨਹੀਂ ਜਮਾਈ। ਮੇਰੀ ਸਿਰਫ 2 ਮਹੀਨੇ ਦੀ ਫੀਸ ਪੈਂਡਿੰਗ ਹੈ ਜੀ, ਪਿਛਲੀ ਵੀ ਸਾਰੀ ਕਲੀਅਰ ਹੈ, ਇਸ ਸਾਲ ਦੀ ਵੀ ਸਾਰੀ ਫੀਸ ਕਲੀਅਰ ਹੈ। ਇਹ ਹੁਣ ਕਹਿ ਰਹੇ ਨੇ ਵੀ ਕਰੋਨਾ ਕਾਲ ਵਾਲਾ 21 22 ਤੇ 23 ਤੇ 3 ਸਾਲਾਂ ਦਾ ਇਕੱਠਾ ਸਾਨੂੰ ਡਿਵੈਲਪਮੈਂਟ ਫੰਡ ਦਿਓ, ਅਸੀਂ ਤਾਂ ਫੀਸ ਜਮ੍ਹਾਂ ਕਰਨੀ, ਨਹੀਂ ਤਾਂ ਫੀਸ ਨਹੀਂ ਜਮ੍ਹਾਂ ਕਰਨੀ। ਸਾਡੇ ਬੱਚੇ ਨੂੰ ਰੋਲ ਨੰਬਰ ਦੇਣਾ ਸਰ, ਮੇਰਾ ਬੱਚਾ ਰੋਂਦਾ ਕਲਾਸ ਵਿੱਚ। ਕਿਹੜੀ ਕਲਾਸ 'ਚ ਬੱਚਾ ਪੜ੍ਹਦਾ ਤੁਹਾਡਾ? 5th ਪੜ੍ਹਦਾ ਜੀ, 5th B 'ਚ। ਤੇ ਸਰ ਹੁਣ ਮੈਂ ਇਹਨਾਂ ਦੀ ਮਿਹਨਤਾਂ ਕਰਦਾ ਰਿਹਾ ਪਰ ਇਹ ਨਹੀਂ ਮੰਨੇ। ਕੀ ਮੰਗ ਕੀ ਕਰਦੇ ਹੋ? ਮੰਗ ਸਰ ਕਰਨੇ ਆ ਵੀ ਬੱਚਿਆਂ ਦਾ ਭਵਿੱਖ ਨਾ ਸੋਚਿਆ ਜਾਵੇ, ਬੱਚਿਆਂ ਨੂੰ ਜਿਹੜਾ ਆਸਰਾ ਕੀਤਾ ਜਾਵੇ। ਕੀ ਨਾਮ ਹੈ ਤੁਹਾਡਾ? हाँ जी, क्या लोगे? बच्चा मजबूर कर रहे हैं जी। अच्छा ये जगह ना करवाई जाना। मुर्दाबाद, मुर्दाबाद, मुर्दाबाद। हाँ बिल्कुल। बनाओ किहड़े बच्चे बाहर कड्ढे, बच्चे किहड़े बाहर कड्ढे लिया, बच्चे बाहर जेह्ड़े कड्ढे लिया मैं गल कराउणा क्वेश्चन करा। किहड़े तेनों बाहर कड्ढिया? की कहते बच्चे बेटा? नहीं नहीं स्कूल ही है, कोई गल नहीं। हाँ जी, क्या कहते बेटा आपको?
घबराओ मत बेटा, घबराओ मत, कोई बात नहीं। हाँ भाई, आपको ही बाहर निकाला, क्या कहते हैं आपको? जिनों का रोल नंबर पास नहीं है वो बाहर निकले, उनका पेपर नहीं होएगा, है ना? और बताओ, और लिया ਸ਼ਰੇਆਮ ਜਿਹੜਾ ਇੱਥੇ ਬੱਚਿਆਂ ਨੂੰ ਖਰਾਬ ਕੀਤਾ ਜਾ ਰਿਹਾ है। हाँ भाई, क्या हुआ बेटा, क्या हुआ, क्या हुआ बच्चे, क्या हुआ बता मेरे को, क्या हुआ, क्या हुआ बता तो सही, क्या हुआ, क्या हुआ, क्या हुआ बता मेरे को, बताओ क्या हुआ, बताओ बताओ। बता मेरे को क्या हुआ बच्चे। आहो हाँ ये किसे दे, हाँ बिल्कुल ये लोग ये किसे कोई वापस नहीं आए, कोई धक्का नहीं रहा, ये लोगों का स्कूल है, ये लोगों का स्कूल है, ये थोड़ा किसे प्यो नहीं रहा। हाँ आ जाते हैं, नहीं मैं मीडिया दूँगा, मैं क्या मीडिया दूँगा, खंड बनाया इन्होंने। हाँ पैसे तार के गया, मैंने कहते एडमिट कार्ड मिलेगा मैं मीडिया तो कोई गल नहीं बना सकता, मैं बना सकता, मैं बना सकता, मैं बना सकता। ज्यादा जाति कर रहे बहुत ज्यादा जाति हो रही है, ऐसा नहीं करनी चाहिए जे ਤੁਸੀਂ ਤਾਂ ਹੱਦ ਕਰਦੇ ਜੇ 10-15 ਮਿੰਟ ਦੇ ਬੱਚੇ ਨਹੀਂ ਪੜ੍ਹਦੇ ਜੇ ਬਾਬਾ ਵੀ ਨਾ ਪੜ੍ਹੇ ਮੈਂ ਉਹਦਾ ਬੱਚਾ ਪੜ੍ਹਾ ਲੂੰਗਾ। ਉਧਰ ਸਫਾਈ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਨੇ ਕਿਹਾ ਹੈ ਕਿ ਕਿਸੇ ਵੀ ਵਿਦਿਆਰਥੀ ਤੋਂ ਵਾਧੂ ਫੀਸ ਨਹੀਂ ਲਈ ਜਾ ਰਹੀ ਤੇ ਜਿਨ੍ਹਾਂ ਵਿਦਿਆਰਥੀਆਂ ਦੀ ਫੀਸ ਨਹੀਂ ਆ ਰਹੀ ਉਹਨਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਪੇਪਰਾਂ ਵਿੱਚ ਬਿਠਾਇਆ ਜਾਵੇਗਾ ਤੇ 3 ਪੜਾਅ ਵਿੱਚ ਮਾਰਚ महीने तक फीस ली जाएगी। पे हंगामा हुआ है सर, क्या हुआ क्या है यहाँ पे? देखिए हंगामा तो नहीं हम इसको बोलेंगे, कुछ पैसे पेरेंट्स हैं जिनकी फ़ी पिछले 3 सालों से ड्यू है। इनको पिछले साल भी इस साल भी ऑप्शन दी गई थी कि आप अपनी इंस्टॉलमेंट में फ़ी डिपॉजिट कराइए, लेकिन इनकी फ़ी अभी भी पेंडिंग है। बार बार इनको हमने लेटर्स भेजे हैं, स्लिप्स भेजी हैं, व्हाट्सएप पे मैसेजेस किए हैं, फ़ोन कॉल्स की हैं, पीटीएम में बताया है कि आपके इतने बैलेंसेस हैं, आप बैलेंस क्लियर कीजिए। अब बात ऐसी है जिन पेरेंट्स की फ़ी क्लियर है, जिनके कोई बैलेंस नहीं है, उन लोगों को, उन पेरेंट्स को, उन बच्चों को एडमिट कार्ड दिए जा चुके हैं और उनके एग्ज़ाम 17 से शुरू हो रहे हैं। बाकी जो ये पेरेंट्स हैं जिनकी अभी भी फ़ी पेंडिंग है, उनके एग्ज़ाम हम लेंगे, लेकिन हम सेकंड फेज़ में लेंगे जब उनकी फ़ी क्लियर हो जाएगी। अब उसके साथ इनको ये भी हम ऑप्शन देते हैं कि अभी जो भी इनका अमाउंट पेंडिंग है उसमें कुछ अमाउंट ये अभी डिपॉजिट करवा दें और 15 मार्च तक का हम इनको फिर से एक टाइम पीरियड दे रहे हैं जिसमें ये अपने बच्चे की फ़ीस डिपॉजिट करा सकते हैं, लेकिन एग्ज़ाम्स इनके सेकेंड फेज़ में होंगे आफ्टर द क्लियरेंस ऑफ ऑल ड्यूज। सर ये भी स्कूल की तरफ से कहा गया है, स्कूल से बच्चों को बाहर भी किया जा रहा है कि आप बाहर जाइए, आपने फीस डिपॉजिट नहीं की, क्योंकि बच्चे रो रहे हैं। को आप देख लीजिए बाहर, किसी बच्चे को बाहर, एक बार बच्चा अगर कैंपस में आ जाता है तो फिर बच्चा कैंपस के बाहर नहीं जाता, किसी बच्चे को बाहर नहीं निकाला जा रहा। कुछ पेरेंट्स हैं जो जबरदस्ती अपने बच्चों को लेके गए। सर कितने महीने की फीस है? हाँ जी, फीस कितने? सर देखिए अलग अलग है, कुछ की तो अभी जैसे मेरे पास एक आए थे उनकी तो सितंबर से फ़ी पेंडिंग है, कईयों के एनुअल चार्जेस पेंडिंग है, तो जिनकी तो 1 या 2 महीने की फ़ी पेंडिंग थी, ट्यूशन फ़ी अगर पेंडिंग थी, उनको फिर भी हमने अलाउ कर दिया कि जिन्होंने बाकी दे दिए वो भी दे देंगे। कुछ लोगों ने हमें एप्लीकेशंस भी दी हैं, उसके बाद भी हमने उनको एडमिट कार्ड दे दिए। लेकिन जिनके बैलेंसेस ज़्यादा हैं, 20,000, 30,000, 50,000, हम उसको नेक्स्ट ईयर कैरी फॉरवर्ड नहीं कर सकते। मतलब जिनके 30,000 रुपये पेंडिंग पड़े हैं या 20,000 रुपये पेंडिंग पड़े हैं वो ये एग्ज़ाम नहीं दे सकते, वो सेकंड फेज़ में एग्ज़ाम देंगे जब वो कुछ अमाउंट क्लियर करवाएंगे। और उनको मैंने आपको बता दिया, हम एक टाइम पीरियड दे रहे हैं, मार्च तक अपनी फ़ी डिपॉजिट करा दें, हमें एप्लीकेशन दे दें कि उस डेट तक उनकी फ़ी क्लियर होगी, इनके एग्ज़ाम ले लेंगे, फिर जब उनकी फ़ी क्लियर होगी रिजल्ट डिक्लेयर कर देंगे। थैंक यू सर।